गुड मॉर्निंग स्टूडेंट्स। अज आप करना है रीजनल ऑर्गेनाइजेशन सार्क। तो सैकेंड वर्ल्ड वार तो बाद यूनाइटेड नेशन ऑफ ऑर्गेनाइजेशन की स्थापना हुई सी। तो इस दे नाल ही कई जिहड़े इंटरनैशनल तो ये अंतरराष्ट्री जिहड़े खेतरी संगठन ने ये होने दे विच आए। तो इसकी जिहड़ी व्यवस्था है वो आर्टिकल 52 दे विच कीती गई कि जिहड़ा UN है वो किसी भी तरह के कोई अंतरराष्ट्री जिहड़ा खेतरी संगठन है उसकी स्थापना के उत्ते जिहड़ा वर्जित जां रोक है वो नहीं ला सकता। तो इस तरह इस संबंधी कि कोई निर्णय किसी खेतरी संस्था ਜਾਂ ਖੇਤਰੀ ਪ੍ਰਬੰਧ ਦੇ ਨਾਮ 'ਤੇ ਲਾਗੂ ਨਹੀਂ ਕੀਤਾ ਜਾ ਸਕਦਾ, ਭਾਵੇਂ ਉਹ ਨਿਰਣਾ ਉਹਨਾਂ ਸੰਸਥਾਵਾਂ ਦੁਆਰਾ ਹੀ ਲਿਆ ਗਿਆ ਹੋਵੇ। ਤਾਂ ਇਸ ਸੰਬੰਧੀ ਜਿਹੜੀ ਡੈਫੀਨੇਸ਼ਨ ਹੈ ਉਹ ਪਾਮਰ ਅਤੇ ਪਾਰਕਿੰਸ ਨੇ ਦਿੱਤੀ ਹੈ ਕਿ ਖੇਤਰਵਾਦ ਅਤੇ ਖੇਤਰੀ ਪ੍ਰਤੀ ਲੋਕਾਂ ਦਾ ਝੁਕਾਅ ਵਰਤਮਾਨ ਅੰਤਰਰਾਸ਼ਟਰੀ ਸੰਬੰਧਾਂ ਦੀ ਪ੍ਰਕਿਰਿਆ ਵਿੱਚ ਸਭ ਤੋਂ ਰੌਚਕ ਘਟਨਾ ਨਜ਼ਰ ਆਉਂਦੀ ਹੈ। ਤਾਂ ਇੱਕ ਹੋਰ ਵਿਦਵਾਨ ਵਾਲਟਰਨ ਲਿਪਮੈਨ ਹੈ ਜਿਹੜਾ ਉਹ ਕਹਿੰਦੇ ਭਵਿੱਖ ਦੀ ਜਿਹੜੀ ਅੰਤਰਰਾਸ਼ਟਰੀ ਵਿਵਸਥਾ ਦੇ ਸੱਚੇ ਨਿਰਮਾਣਿਕ ਮੈਂਬਰ ਰਾਜਾਂ ਦੇ ਸੰਪਰਦਾਇ ਹੁੰਦੇ ਨੇ। ਤਾਂ ਇਸ ਤਰ੍ਹਾਂ ਮੀਨਿੰਗ ਐਂਡ ਡੈਫੀਨੇਸ਼ਨ ਆਫ ਰੀਜਨਲ ਆਰਗੇਨਾਈਜੇਸ਼ਨ ਖੇਤਰੀ ਸੰਗਠਨ ਕੀ ਹੈ ਕਿ ਕਿਸੇ ਇੱਕ ਵਿਸ਼ੇਸ਼ ਖੇਤਰ ਦੇ ਲੋਕ ਇਕੱਠੇ ਹੋ ਕੇ ਉਸ ਸੰਗਠਨ ਦਾ ਨਿਰਮਾਣ ਕਰਦੇ ਨੇ। ਤਾਂ ਉਹ ਆਪਣੀ ਖੇਤਰੀ ਸਥਿਤੀ ਤੋਂ ਚੰਗੀ ਤਰ੍ਹਾਂ ਜਾਣੂ ਹੁੰਦੇ ਨੇ ਅਤੇ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਸਾਡੇ ਜਿਹੜਾ ਖੇਤਰ ਹੈ, ਸਾਡਾ ਜਿਹੜਾ ਫੀਲਡ ਹੈ ਉਸ ਦੀਆਂ ਸਮੱਸਿਆਵਾਂ ਕਿਸ ਤਰ੍ਹਾਂ ਦੀਆਂ ਹੋ ਸਕਦੀਆਂ ਨੇ ਅਤੇ ਉਹਨਾਂ ਦਾ ਹੱਲ ਹੈ ਜਿਹੜਾ ਉਹ ਕਿਸ ਤਰ੍ਹਾਂ ਕਰਨਾ ਹੈ। ਤਾਂ ਇਸ ਤਰ੍ਹਾਂ ਸਲੀਚਰ ਦੇ ਸ਼ਬਦਾਂ ਦੇ ਵਿੱਚ ਖੇਤਰਵਾਦ ਰਾਜਾਂ ਅਤੇ ਨਿਰਭਰ ਦੇਸ਼ਾਂ ਨੂੰ ਖੇਤਰੀ ਆਧਾਰ 'ਤੇ ਸੰਗਠਨ ਕਰਨ ਦੀ ਧਾਰਨਾ ਹੈ। ਅਤੇ ਉਸ ਤੋਂ ਇਲਾਵਾ ਡਾਕਟਰ EN ਵਾਨ ਕੈਲਵਸ ਦੇ ਸ਼ਬਦਾਂ ਦੇ ਵਿੱਚ ਖੇਤਰੀ ਵਿਵਸਥਾ ਜਾਂ ਸੰਧੀ ਨਿਸ਼ਚਿਤ ਖੇਤਰ ਦੇ ਅੰਦਰ ਪ੍ਰਭੂਸੱਤਾ ਸੰਪੰਨ ਰਾਜਾਂ ਦੁਆਰਾ ਇੱਛਾਪੂਰਵਕ ਬਣਿਆ ਸੰਘ ਹੈ ਜਿਹੜਾ ਕਿ ਸਧਾਰਨ ਹਿੱਤਾਂ ਦੀ ਪੂਰਤੀ ਦੇ ਲਈ ਬਣਾਇਆ ਜਾਂਦਾ ਹੈ। ਅਤੇ ਇਸ ਤਰ੍ਹਾਂ ਜਿਹੜਾ ਆਰਟੀਕਲ 52 ਹੈ ਉਸ ਦੇ ਵਿੱਚ UNO ਦੁਆਰਾ ਕਿਸੇ ਵੀ ਤਰ੍ਹਾਂ ਦੀ ਜਿਹੜੀ ਬੰਧਨਕਾਰੀ ਸਥਿਤੀ ਹੈ ਉਹ ਖੇਤਰੀ ਸੰਗਠਨਾਂ ਦੇ ਲਈ ਨਹੀਂ ਹੈ। ਤਾਂ ਖੇਤਰੀ ਸੰਗਠਨ ਹੈ ਜਿਹੜਾ ਉਹ ਆਪਣੇ ਆਧਾਰ 'ਤੇ ਨਿਰਮਾਣ ਕਰਕੇ ਆਪਣੀ ਜਿਹੜੀ ਰੱਖਿਆ ਹੈ ਉਹ ਕਰ ਸਕਦੇ ਨੇ। ਤਾਂ ਇਸ ਤਰ੍ਹਾਂ ਕਾਫੀ ਜਿਹੜੇ ਖੇਤਰੀ ਸੰਗਠਨ ਨੇ ਉਹ ਦੋ ਭਾਗਾਂ ਦੇ ਵਿੱਚ ਵੰਡੇ ਗਏ ਨੇ। ਅਜਿਹੇ ਸੰਗਠਨ ਜੋ ਸੈਨਿਕ ਉਦੇਸ਼ਾਂ ਦੀ ਪੂਰਤੀ ਲਈ ਬਣਾਏ ਜਾਂਦੇ ਨੇ ਜਿਵੇਂ ਨਾਟੋ, ਸੈਟੋ, ਐਨੂਸ, ਵਾਰਸਾ ਪੈਕਟ ਅਤੇ ਅਜਿਹੇ ਸੰਗਠਨ ਜਿਹੜੇ ਕਿ ਸਮਾਜਿਕ, ਆਰਥਿਕ ਅਤੇ ਜਿਹੜੀ ਰਾਜਨੀਤਿਕ ਪੂਰਤੀ ਲਈ ਬਣਾਏ ਜਾਂਦੇ ਨੇ ਉਹਨਾਂ ਦੇ ਵਿੱਚ ਯੂਰਪੀਅਨ ਯੂਨੀਅਨ, ਸਾਰਕ, OAU ਅਤੇ ਅਰਬ ਲੀਗ। ਤਾਂ ਇਸ ਤਰ੍ਹਾਂ ਸਮੇਂ-ਸਮੇਂ 'ਤੇ ਵੱਖ-ਵੱਖ ਜਿਹੜੇ ਇਹ ਖੇਤਰੀ ਸੰਗਠਨ ਨੇ ਇਹ ਹੋਂਦ ਦੇ ਵਿੱਚ ਆਏ ਸੀ। ਤਾਂ ਆਪਾਂ ਕਰਦੇ ਹਾਂ ਸਾਊਥ ਏਸ਼ੀਅਨ ਐਸੋਸੀਏਸ਼ਨ ਫਾਰ ਰੀਜਨਲ ਕੋਆਪਰੇਸ਼ਨ। ਤਾਂ ਇਸ ਦਾ ਜਿਹੜਾ ਹਿਸਟੋਰੀਕਲ ਬੈਕਗਰਾਊਂਡ ਹੈ ਉਹ ਕੀ ਹੈ? ਤਾਂ ਕਹਿੰਦੇ 1980 ਦੇ ਵਿੱਚ ਜਿਹੜੇ ਦੱਖਣੀ ਏਸ਼ੀਆ ਦੇ ਜਿਹੜੇ ਦੇਸ਼ ਸੀ ਉਹ ਗਰੀਬੀ, ਭੁੱਖਮਰੀ, ਬੇਰੁਜ਼ਗਾਰੀ, ਅਨੇਕਾਂ ਤਰ੍ਹਾਂ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਉਹਨਾਂ ਨਾਲ ਜੂਝ ਰਹੇ ਸੀ। ਤਾਂ ਇਸ ਦੇ ਵਿੱਚ ਬੰਗਲਾਦੇਸ਼ ਦੇ ਰਾਸ਼ਟਰਪਤੀ ਨੇ ਦੱਖਣ ਏਸ਼ੀਆ ਦੇ ਵਿੱਚ ਖੇਤਰੀ ਸਹਿਯੋਗ ਦਾ ਵਿਚਾਰ ਪੇਸ਼ ਕੀਤਾ ਗਿਆ। ਤਾਂ ਉਹਨਾਂ ਨੇ ਭਾਰਤ, ਨੇਪਾਲ, ਸ੍ਰੀਲੰਕਾ, ਭੂਟਾਨ, ਮਾਲਦੀਵ ਅਤੇ ਪਾਕਿਸਤਾਨ ਦੀ ਯਾਤਰਾ ਕਰਕੇ ਇਹਨਾਂ ਸਾਂਝੀਆਂ ਸਮੱਸਿਆਵਾਂ 'ਤੇ ਵਿਚਾਰ ਵਟਾਂਦਰਾ ਕਰਕੇ ਸਹਿਯੋਗ ਲਈ ਆਧਾਰਸ਼ਿਲਾ ਤਿਆਰ ਕੀਤੀ। ਕਿਉਂਕਿ ਜਿਹੜੇ ਇਹ ਦੱਖਣੀ ਏਸ਼ੀਆ ਦੇ ਲੋਕ ਸੀ ਇਹਨਾਂ ਦੀਆਂ ਜਿਹੜੀਆਂ ਸਮੱਸਿਆਵਾਂ ਸੀ ਉਹ ਸਾਂਝੀਆਂ ਸੀ। ਤਾਂ ਇਸ ਤਰ੍ਹਾਂ ਕੀ ਹੈ ਇਹ ਜਿਹੜਾ ਸੰਗਠਨ ਹੈ ਉਹ ਹੋਂਦ ਦੇ ਵਿੱਚ ਆਇਆ। ਤਾਂ ਇਸ ਪੱਖੋਂ ਇਹ ਵਿਸ਼ਵ ਦਾ ਸਭ ਤੋਂ ਜ਼ਿਆਦਾ ਜਿਹੜਾ ਜਨਸੰਖਿਆ ਵਾਲਾ ਖੇਤਰੀ ਸੰਗਠਨ ਹੈ। ਭਾਵੇਂ ਕਿ ਇਹ ਕੁਦਰਤੀ ਸਾਧਨਾਂ, ਜਨਸ਼ਕਤੀ ਅਤੇ ਸਮਰਥਾਵਾਂ ਨਾਲ ਭਰਪੂਰ ਹੈ ਤਾਂ ਵੀ ਇਹਨਾਂ ਦੇਸ਼ਾਂ ਦੀ ਜਿਹੜੀ ਜਨਤਾ ਹੈ ਉਹ ਗਰੀਬੀ, ਅਨਪੜ੍ਹਤਾ, ਭੁੱਖਮਰੀਆਂ ਜਿਹੀਆਂ ਜਿਹੜੀਆਂ ਸਮੱਸਿਆਵਾਂ ਨੇ ਉਹਨਾਂ ਦੇ ਨਾਲ ਜੂਝ ਰਹੀ ਸੀ। ਤਾਂ ਇਸ ਤਰ੍ਹਾਂ ਇਹਨਾਂ ਜਿਹੜੇ ਇਹ ਆਪਣੇ ਖੇਤਰ ਦੇ ਹਿੱਤਾਂ ਦੀ ਰੱਖਿਆ ਦੇ ਲਈ ਜਿਹੜਾ ਇਹ ਸੰਗਠਨ ਹੈ ਹੋਂਦ ਦੇ ਵਿੱਚ ਆਇਆ।
ਤਾਂ ਇਸ ਦੇ ਲਈ ਬੰਗਲਾਦੇਸ਼ ਦੇ ਰਾਸ਼ਟਰਪਤੀ ਜ਼ਿਆ ਉਰ ਰਹਿਮਾਨ ਦੇ ਯਤਨ। ਤਾਂ ਇਹਦੇ ਵਿੱਚ ਕੀ ਹੈ ਕਿ ਉਹਨੂੰ ਲੱਗਿਆ ਸੀ ਕਿ ਦੱਖਣੀ ਏਸ਼ੀਆ ਦੇ ਜਿਹੜੇ ਦੇਸ਼ ਨੇ ਉਹਨਾਂ ਨੂੰ ਸਹਿਯੋਗ ਦੇ ਲਈ ਇੱਕ ਖੇਤਰੀ ਸੰਗਠਨ ਹੈ ਜਿਹੜਾ ਹੋਂਦ ਵਿੱਚ ਲਿਆਉਣਾ ਚਾਹੀਦਾ ਹੈ ਤਾਂ ਕਿ ਉਹ ਆਪਣੀਆਂ ਸਮੱਸਿਆਵਾਂ ਦਾ ਹੱਲ ਕਰ ਸਕਣ। ਅਤੇ ਇਸ ਉਦੇਸ਼ ਦੇ ਨਾਲ ਉਹ 1981 ਦੇ ਵਿੱਚ ਉਹ ਦੱਖਣੀ ਏਸ਼ੀਆ ਦੇਸ਼ਾਂ ਦੇ ਵਿੱਚ ਉਸਨੇ ਸਹਿਯੋਗ ਕੀਤਾ ਅਤੇ ਅਲੱਗ-ਅਲੱਗ ਥਾਵਾਂ 'ਤੇ ਮਿਲੇ ਅਤੇ ਇਹਨਾਂ ਦੇਸ਼ਾਂ ਵਿੱਚ ਤਕਨੀਕ ਦਾ ਆਦਾਨ ਪ੍ਰਦਾਨ ਕਰਨ ਅਤੇ ਆਪਸੀ ਪੂੰਜੀ ਲਗਾਉਣ, ਮਨੁੱਖੀ ਸੰਬੰਧਾਂ 'ਚ ਸੁਧਾਰ ਕਰਨ ਦੀ ਜਿਹੜੀ ਦਿਸ਼ਾ ਵਿੱਚ ਸੰਬੰਧ ਸਥਾਪਿਤ ਕਰਨ ਦਾ ਜਿਹੜਾ ਯਤਨ ਹੈ ਉਹ ਕੀਤਾ। ਤਾਂ ਦੱਖਣੀ ਏਸ਼ੀਆਈ ਖੇਤਰੀ ਸਹਿਯੋਗ ਦਾ ਜਿਹੜਾ ਆਰੰਭ ਕਿਵੇਂ ਹੋਇਆ, ਤਾਂ ਇਸ ਸੰਬੰਧੀ ਅਲੱਗ-ਅਲੱਗ ਤਰ੍ਹਾਂ ਦੀਆਂ ਜਿਹੜੀਆਂ ਬੈਠਕਾਂ ਨੇ ਉਹ ਹੋਈਆਂ। ਤਾਂ 21 ਤੋਂ ਲੈ ਕੇ 23 ਅਪ੍ਰੈਲ ਤੱਕ 1981 ਨੂੰ ਕੋਲੰਬਾ ਵਿਖੇ ਮੀਟਿੰਗ 7 ਦੇਸ਼ਾਂ ਦੀ ਹੋਈ। ਤਾਂ ਇਹਨਾਂ 7 ਦੇਸ਼ਾਂ ਦੇ ਵਿੱਚ ਭਾਰਤ, ਬੰਗਲਾਦੇਸ਼, ਭੂਟਾਨ, ਮਾਲਦੀਵ, ਪਾਕਿਸਤਾਨ, ਸ੍ਰੀਲੰਕਾ ਅਤੇ ਨੇਪਾਲ ਸ਼ਾਮਲ ਸੀ। ਤਾਂ ਇਸ ਬੈਠਕ ਦਾ ਮੁੱਖ ਮੰਤਵ ਬੰਗਲਾਦੇਸ਼ ਦੁਆਰਾ ਪੇਸ਼ ਕੀਤੇ ਪ੍ਰਸਤਾਵਾਂ ਉੱਤੇ ਵਿਚਾਰ ਪੇਸ਼ ਕਰਨਾ ਸੀ ਅਤੇ ਉਹਨਾਂ ਦੇ ਉੱਤੇ ਜਿਹੜੀਆਂ ਉਹਨਾਂ ਦੀਆਂ ਰਾਜਨੀਤਿਕ, ਸਮਾਜਿਕ, ਆਰਥਿਕ ਕੋਈ ਸਮੱਸਿਆਵਾਂ ਸੀ ਉਹਨਾਂ ਨੂੰ ਤੋਂ ਜਾਣੂ ਹੋਣਾ ਅਤੇ ਉਹਨਾਂ ਸਮੱਸਿਆਵਾਂ ਦੇ ਹੱਲ ਦੇ ਲਈ ਜਿਹੜੇ ਵਿਚਾਰ ਨੇ ਉਹ ਪੇਸ਼ ਕੀਤੇ ਗਏ। ਤਾਂ ਇਸ ਤਰ੍ਹਾਂ ਭਾਰਤ ਨੇ ਸੱਭਿਆਚਾਰਕ ਸੁਰੱਖਿਆ, ਵਿਗਿਆਨਕ ਅਤੇ ਤਕਨੀਕੀ ਵਿਕਾਸ ਆਦਿ ਖੇਤਰ ਦੱਖਣੀ ਏਸ਼ੀਆਈ ਦੇਸ਼ਾਂ ਤੋਂ ਸਹਿਯੋਗ ਪ੍ਰਾਪਤ ਕੀਤਾ। ਤਾਂ ਇਸ ਤਰ੍ਹਾਂ ਇਸ ਸਹਿਯੋਗ ਦੇ ਨਾਲ ਜਿਹੜਾ ਇਹ ਖੇਤਰੀ ਸੰਗਠਨ ਸਾਰਕ ਹੈ ਉਹ ਹੋਂਦ ਦੇ ਵਿੱਚ ਆਇਆ। ਤਾਂ ਉਸ ਤੋਂ ਬਾਅਦ ਵਿਦੇਸ਼ੀ ਸਕੱਤਰਾਂ ਦੀ ਦੂਜੀ ਬੈਠਕ ਕਾਠਮੰਡੂ ਵਿਖੇ 1981 ਦੇ ਵਿੱਚ ਹੋਈ, ਜਿਹਦੇ ਵਿੱਚ ਇਹਨਾਂ ਵੱਖ-ਵੱਖ ਮਸਲਿਆਂ 'ਤੇ ਜਿਹੜਾ ਵਿਚਾਰ ਵਟਾਂਦਰਾ ਉਹ ਕੀਤਾ ਗਿਆ। 7 ਰਾਸ਼ਟਰਾਂ ਦੇ ਵਿਦੇਸ਼ ਸਕੱਤਰਾਂ ਦੀ ਤੀਜੀ ਬੈਠਕ ਹੈ ਜਿਹੜੀ ਉਹ 1982 ਦੇ ਵਿੱਚ ਇਸਲਾਮਾਬਾਦ ਵਿਖੇ ਹੋਈ ਅਤੇ ਚੌਥੀ ਬੈਠਕ ਹੈ ਜਿਹੜੀ ਉਹ 1983 ਦੇ ਵਿੱਚ ਢਾਕਾ ਵਿਖੇ ਹੋਈ। ਤਾਂ ਇਸ 7 ਰਾਸ਼ਟਰਾਂ ਦੇ ਵਿਦੇਸ਼ ਮੰਤਰੀਆਂ ਦੀ ਪਹਿਲੀ ਬੈਠਕ 1983 ਦੇ ਵਿੱਚ ਨਵੀਂ ਦਿੱਲੀ ਦੇ ਵਿੱਚ ਹੋਈ। ਤਾਂ ਇਸ ਦਾ ਜਿਹੜਾ ਮੁੱਖ ਮਕਸਦ ਕੀ ਸੀ ਕਿ ਦੱਖਣੀ ਏਸ਼ੀਆਈ ਦੇ ਜਿਹੜੇ ਲੋਕ ਨੇ ਉਹਨਾਂ ਦਾ ਵਿਕਾਸ ਕਰਨਾ, ਉਹਨਾਂ ਦੀਆਂ ਸਮਾਜਿਕ, ਸੱਭਿਆਚਾਰਕ, ਰਾਜਨੀਤਿਕ ਜਿਹੜੀਆਂ ਸਮੱਸਿਆਵਾਂ ਨੇ ਉਹਨਾਂ ਨੂੰ ਉਹਨਾਂ ਬਾਰੇ ਉਹਨਾਂ ਨੂੰ ਜਾਣੂ ਕਰਵਾਉਣਾ ਅਤੇ ਉਹਨਾਂ ਸਮੱਸਿਆਵਾਂ ਦੇ ਹੱਲ ਲਈ ਸੁਝਾਅ ਦੇਣੇ ਅਤੇ ਉਹਨਾਂ ਸਮੱਸਿਆਵਾਂ ਨੂੰ ਹੱਲ ਕਰਨਾ ਅਤੇ ਦੂਜੇ ਵਿਕਾਸਸ਼ੀਲ ਦੇਸ਼ਾਂ ਨਾਲ ਸਹਿਯੋਗ ਨੂੰ ਸ਼ਕਤੀਸ਼ਾਲੀ ਬਣਾਉਣਾ, ਆਪਸੀ ਜਿਹੜੀ ਉਹਨਾਂ ਦੇ ਸਹਿਯੋਗ, ਸਮਾਨਤਾ, ਅਖੰਡਤਾ, ਰਾਜਨੀਤਿਕ ਸੁਤੰਤਰਤਾ, ਤਾਂ ਦੂਜੇ ਰਾਜਾਂ ਦੇ ਮਾਮਲਿਆਂ 'ਚ ਦਖਲ-ਅੰਦਾਜ਼ੀ ਨਾ ਕਰਨਾ ਅਤੇ ਲਾਭ ਦਾ ਜਿਹੜਾ ਪਰਸਪਰ ਭਾਵ ਕਿ ਸਾਨੂੰ ਇੱਕ ਰਾਸ਼ਟਰ ਤੋਂ ਜਿਹੜਾ ਲਾਭ ਹੈ ਉਹ ਪ੍ਰਾਪਤ ਹੋਣਾ ਚਾਹੀਦਾ ਹੈ। ਤਾਂ ਇਸ ਤਰ੍ਹਾਂ ਦੇ ਜਿਹੜੇ ਸਿਧਾਂਤ ਨੇ ਉਹ ਇਸ ਬੈਠਕ ਦੇ ਵਿੱਚ ਮਿੱਥੇ ਗਏ। ਤਾਂ ਨੈਕਸਟ ਸੀ ਦੱਖਣੀ ਏਸ਼ੀਆਈ ਦੇਸ਼ਾਂ ਦੇ ਪ੍ਰਤੀਨਿਧੀ ਦੀ ਇੱਕ ਬੈਠਕ ਨਵੀਂ ਦਿੱਲੀ ਵਿਖੇ ਹੋਈ, ਜਿਸ ਦੇ ਵਿੱਚ ਅਲੱਗ-ਅਲੱਗ ਮਸਲਿਆਂ 'ਤੇ ਜਿਹੜਾ ਵਿਚਾਰ ਵਟਾਂਦਰਾ ਹੋਇਆ। 1985 ਵਿੱਚ ਮਾਲੇ ਵਿਖੇ ਦੱਖਣੀ ਏਸ਼ੀਆਈ ਖੇਤਰੀ ਸਹਿਯੋਗਾਂ ਦੇ ਸੰਮਤੀ ਦੀ ਇੱਕ ਬੈਠਕ ਹੈ ਜਿਹੜੀ ਉਹ ਹੋਈ। ਸਾਰਕ ਦਾ ਜਿਹੜਾ ਰਸਮੀ ਉਦਘਾਟਨ ਹੈ ਉਹ 1985 ਦੇ ਵਿੱਚ ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦੇ ਵਿੱਚ ਹੋਇਆ, ਜਿਸ ਦੇ ਵਿੱਚ 7 ਦੇਸ਼ਾਂ ਦੇ ਜਿਹੜੇ ਪ੍ਰਤੀਨਿਧ ਸੀਗੇ ਉਹ ਸ਼ਾਮਲ ਹੋਏ। ਤਾਂ ਸਾਰਕ ਦਾ ਰਾਜਨੀਤਿਕ ਚਾਰਟਰ ਕੀ ਸੀ ਕਿ 10 ਸੂਤਰੀ ਚਾਰਟਰ ਜਿਹੜਾ ਸਵੀਕਾਰ ਕੀਤਾ ਗਿਆ। ਤਾਂ ਇਸ ਦੇ ਵਿੱਚ ਨਾ ਤਾਂ ਦੋ ਪੱਖੀ ਪ੍ਰਸ਼ਨ ਉਠਾਏ ਜਾਣਗੇ ਅਤੇ ਨਾ ਹੀ ਕਿਸੇ ਰਾਜਨੀਤਿਕ ਵਿਸ਼ੇ 'ਤੇ ਚਰਚਾ ਹੋਵੇਗੀ ਅਤੇ ਸਾਰਕ ਦੇ 27 ਸਕੱਤਰਤ ਦੇ ਵਿਸ਼ੇ ਵਿੱਚ ਵੀ ਚਾਰਟਰ ਵਿੱਚ ਵਿਵਸਥਾ ਹੈ ਜਿਹੜੀ ਉਹ ਕੀਤੀ ਗਈ। ਤਾਂ ਇਸ ਤਰ੍ਹਾਂ ਕੁਝ ਇਸ ਦੇ ਉਦੇਸ਼, ਸਿਧਾਂਤ, ਸੰਗਠਨ ਅਤੇ ਸਿਖਰ ਸੰਮੇਲਨਾਂ ਦਾ ਜਿਹੜਾ ਵਰਣਨ ਹੈ। ਤਾਂ ਇਸ ਦੇ ਉਦੇਸ਼ ਕੀ ਸੀ? ਆਬਜੈਕਟਿਵ ਆਫ ਸਾਰਕ ਖੇਤਰੀ ਜਨਤਾ ਦੀ ਕਲਿਆਣਕਾਰੀ ਕਰਨੀ, ਉਹਨਾਂ ਦੀ ਸਮਾਜਿਕ ਸੱਭਿਆਚਾਰਕ ਉੱਨਤੀ ਕਰਨੀ, ਉਹਨਾਂ ਦਾ ਵੱਧ ਤੋਂ ਵੱਧ ਵਿਕਾਸ ਕਰਨਾ ਅਤੇ ਉਹਨਾਂ ਦਾ ਕਲਿਆਣ ਕਰਨਾ ਅਤੇ ਹੋਰ ਵਿਕਾਸਸ਼ੀਲ ਦੇਸ਼ਾਂ ਦੇ ਨਾਲ ਸੰਬੰਧ ਬਣਾ ਕੇ ਰੱਖਣੇ ਅਤੇ ਇਹਨਾਂ ਜਿਹੜੇ ਦੇਸ਼ ਨੇ ਉਹਨੂੰ ਆਤਮ ਨਿਰਭਰ ਬਣਾਉਣਾ, ਵੱਖ-ਵੱਖ ਖੇਤਰਾਂ ਵਿੱਚ ਮੈਂਬਰ ਰਾਸ਼ਟਰਾਂ ਸਹਿਯੋਗ ਨਾਲ ਹੋਰ ਖੇਤਰਾਂ ਦਾ ਪਤਾ ਲਗਾਉਣਾ। ਤਾਂ ਇਸ ਤਰ੍ਹਾਂ ਇਹਨਾਂ ਦੀ ਕਾਰਜ ਕੁਸ਼ਲਤਾ ਦੇ ਵਿੱਚ ਵਾਧਾ ਕਰਨਾ, ਸਮਾਜਿਕ, ਰਾਜਨੀਤਿਕ, ਆਰਥਿਕ ਸਮੱਸਿਆਵਾਂ ਦੇ ਬਾਰੇ ਇੱਕ ਦੂਜੇ ਦਾ ਜਿਹੜਾ ਸਾਥ ਹੈ ਉਹ ਦੇਣਾ। ਅਤੇ ਉਸ ਤੋਂ ਬਾਅਦ ਇਹਦੇ ਪ੍ਰਿੰਸੀਪਲ ਕੀ ਨੇ ਇਹਦੇ? ਸਾਰਕ ਦੇ ਅੰਤਰਗਤ ਖੇਤਰੀ ਸਹਿਯੋਗ ਇਹਨਾਂ ਸਿਧਾਂਤਾਂ ਦੇ ਆਧਾਰਿਤ ਹੋਵੇਗਾ। ਜਿਹੜੀ ਸਮਾਨਤਾ ਦਾ ਆਦਰ ਹੋਊਗਾ, ਭੂਗੋਲਿਕ ਅਖੰਡਤਾ, ਰਾਜਨੀਤਿਕ ਸੁਤੰਤਰਤਾ, ਸਮਾਨਤਾ ਬਣਾ ਕੇ ਰੱਖੀ ਜਾਊਗੀ।
ਤੇ ਦੂਸਰੇ ਦੇਸ਼ਾਂ ਦੇ ਅੰਦਰੂਨੀ ਮਾਮਲਿਆਂ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਦਖਲਅੰਦਾਜ਼ੀ ਨਹੀਂ ਹੋਊਗੀ। ਤਾਂ ਸਾਰਕ ਦੇ ਜਿਹੜੇ ਫੈਸਲੇ ਨੇ ਉਹ ਸਾਰੇ ਸਰਵਸੰਮਤੀ ਨਾਲ ਸੱਤੇ ਜਿਹੜੇ ਦੇਸ਼ਾਂ ਦੇ ਵੱਲੋਂ ਪ੍ਰਮਾਣ ਕੀਤੇ ਜਾਣਗੇ। ਤਾਂ ਇਸ ਦਾ ਸੰਗਠਨ ਕੀ ਸੀ? ਆਰਗੇਨਾਈਜੇਸ਼ਨ ਸਿਖਰ ਸੰਮੇਲਨ। ਚਾਰਟਰ ਦੇ ਅਨੁਛੇਦ 3 ਦੇ ਵਿੱਚ ਸਾਰਕ ਦੇ ਸਿਖਰ ਸੰਮੇਲਨ ਵਿਸ਼ੇ ਵਿੱਚ ਚਰਚਾ ਕੀਤੀ ਗਈ। ਤਾਂ ਸਾਰਕ ਦਾ ਹਰ ਸਾਲ ਜਿਹੜਾ ਸੰਮੇਲਨ ਹੈ ਉਹ ਹੋਣਾ ਜ਼ਰੂਰੀ ਹੈ। ਤਾਂ ਇਸ ਦੇ ਵਿੱਚ ਸਾਰਕ ਦੇਸ਼ਾਂ ਦੇ ਜਿਹੜੇ ਮੁਖੀ ਹੋਣਗੇ ਭਾਗ ਲੈਣ ਵਾਲੇ, ਉਹਨਾਂ ਦੇ ਮੁਖੀ ਇਸ ਦੇ ਵਿੱਚ ਸ਼ਾਮਲ ਹੋਣਗੇ। ਤਾਂ ਹੁਣ ਤੱਕ ਸਾਰਕ ਦੇ ਕਹਿੰਦੇ 18 ਜਿਹੜੇ ਸਿਖਰ ਸੰਮੇਲਨ ਹੋ ਚੁੱਕੇ ਨੇ ਤੇ 18ਵਾਂ ਸਿਖਰ ਸੰਮੇਲਨ ਨੇਪਾਲ ਦੇ ਨਗਰ ਕਾਠਮੰਡੂ ਵਿਖੇ ਹੋਇਆ। ਮੰਤਰੀ ਪ੍ਰੀਸ਼ਦ ਦੇ ਵਿੱਚ ਉਸ ਦੀ ਜਿਹੜੀ ਕੌਂਸਲ ਆਫ ਮਿਨਿਸਟਰ ਦੀ ਵੰਡ ਕੀਤੀ ਜਾਊਗੀ। ਤਾਂ ਇਹ ਬੈਠਕ ਹੈ ਜਿਹੜੀ ਇਹਨਾਂ ਦੀ ਕਦੇ ਵੀ ਬੁਲਾਈ ਜਾ ਸਕਦੀ ਹੈ। ਤਾਂ ਇਸ ਦੇ ਵਿੱਚ ਉਹਨਾਂ ਦੇ ਜਿਹੜੇ ਵਿਸ਼ੇਸ਼ ਕੰਮ ਨੇ ਸੰਘ ਦੀ ਨੀਤੀ ਨਿਰਧਾਰਿਤ ਕਰਨਾ, ਸਧਾਰਨ ਹਿੱਤਾਂ ਦੀ ਰੱਖਿਆ ਕਰਨਾ, ਸਹਿਯੋਗ ਦੇ ਨਵੇਂ ਖੇਤਰਾਂ ਦੀ ਖੋਜ। ਸਥਾਈ ਸੰਮਤੀ ਦੇ ਵਿੱਚ ਕੀ ਆ ਕਿ ਮੈਂਬਰ ਦੇਸ਼ਾਂ ਦੇ ਸਕੱਤਰ ਜਿਹੜੇ ਨੇ ਉਹ ਭਾਗ ਲੈਂਦੇ ਨੇ। ਸਹਿਯੋਗ ਦੇ ਪ੍ਰੋਗਰਾਮ ਨੂੰ ਮੋਨੀਟਰ ਕਰਨਾ, ਅੰਤਰ ਖੇਤਰੀ ਪਹਿਲਤਾਵਾਂ ਨਿਰਧਾਰਿਤ ਕਰਨਾ, ਅਧਿਐਨ ਦੇ ਆਧਾਰ 'ਤੇ ਸਹਿਯੋਗ ਦੇ ਨਵੇਂ ਖੇਤਰ ਵਿਕਸਿਤ ਕਰਨਾ। ਕਾਰਜਕਾਰੀ ਸੰਮਤੀ ਦੇ ਵਿੱਚ ਕੀ ਹੈ ਕਿ ਜੋ ਗਤੀਵਿਧੀਆਂ ਦੀਆਂ ਜਿਹੜੀਆਂ ਸੂਚੀ ਹੈ ਉਸ ਦੀ ਸਥਾਈ ਸਮਿਤੀ ਦੁਆਰਾ ਸੌਂਪੇ ਹੋਏ ਹੋਰ ਕਾਰਜਾਂ ਨੂੰ ਪੂਰਾ ਕਰ ਸਕਣਾ। ਤਾਂ ਇਸ ਤਰ੍ਹਾਂ ਦੀ ਜਿਹੜੀ ਰਿਪੋਰਟ ਹੈ ਉਸ ਨੂੰ ਮੁੱਖ ਰੱਖ ਕੇ ਇੱਕ ਰਿਪੋਰਟ ਜਿਹੜੀ ਮੰਤਰੀ ਪ੍ਰੀਸ਼ਦ ਨੂੰ ਪੇਸ਼ ਹੈ ਜਿਹੜੀ ਉਹ ਕੀਤੀ ਜਾਂਦੀ ਹੈ। ਨੈਕਸਟ ਹੈ ਟੈਕਨੀਕਲ ਕਮੇਟੀ। ਆਰਟੀਕਲ 6 ਦੇ ਵਿੱਚ ਟੈਕਨੀਕਲ ਕਮੇਟੀ ਦੀ ਵਿਵਸਥਾ ਕੀਤੀ ਗਈ, ਜਿਸ ਦੇ ਵਿੱਚ ਹਰ ਇੱਕ ਜਿਹੜਾ ਦੇਸ਼ ਮੈਂਬਰ ਹੈ ਸਾਰਕ ਦਾ ਉਸ ਨੂੰ ਆਪਣੇ ਆਪਣੇ ਖੇਤਰਾਂ ਦੇ ਵਿੱਚ ਪ੍ਰੋਗਰਾਮ ਬਣਾਉਣੇ, ਇਸ ਨੂੰ ਅੱਗੇ ਤੋਰਨਾ ਅਤੇ ਆਪਸੀ ਤਾਲਮੇਲ ਹੈ ਜਿਹੜਾ ਉਹ ਪੈਦਾ ਕਰਨਾ ਅਤੇ ਮੁੱਖ ਜਿਹੜੇ ਸਵੀਕ੍ਰਿਤ ਖੇਤਰਾਂ ਦੇ ਵਿੱਚ ਖੇਤਰੀ ਸਹਿਯੋਗ ਦੇ ਸੰਭਾਵਨਾਵਾਂ ਦਾ ਪਤਾ ਲਗਾਉਣਾ। ਸਕੱਤਰੇਤ ਤਾਂ ਆਰਟੀਕਲ 8 ਦੇ ਵਿੱਚ ਇੱਕ ਸਕੱਤਰ ਦੀ ਜਿਹੜੀ ਵਿਵਸਥਾ ਹੈ ਉਹ ਕੀਤੀ ਗਈ। ਤਾਂ ਸਾਰਕ ਦੇਸ਼ਾਂ ਲਈ ਸਕੱਤਰੇਤ ਦੀ ਸਥਾਪਨਾ ਘੋਸ਼ਣਾ ਦੇ ਦੂਸਰੇ ਇਜਲਾਸ ਦੇ ਵਿੱਚ 1987 ਦੇ ਵਿੱਚ, ਜਿਸ ਦਾ ਕਿ ਜਿਹੜਾ ਸਮਾਗਮ ਸੀ ਉਹ ਨੇਪਾਲ ਦੇ ਕਾਠਮੰਡੂ ਵਿਖੇ ਹੋਇਆ ਸੀ। ਤਾਂ ਇਸ ਦਾ ਇੱਕ ਮੁੱਖ ਸਕੱਤਰ ਮਹਾ ਸਕੱਤਰ ਹੁੰਦਾ ਸੀ ਜਿਹੜਾ ਕਿ 2 ਸਾਲ ਲਈ ਮੈਂਬਰ ਰਾਸ਼ਟਰਾਂ ਵਿੱਚੋਂ ਹੀ ਚੁਣਿਆ ਜਾਂਦਾ ਸੀ। ਤਾਂ ਇਹ ਮਹਾ ਸਕੱਤਰ ਦਾ ਜਿਹੜਾ ਅਹੁਦਾ ਹੈ ਉਹ ਟਰਨ ਵਾਈਜ਼ ਇਹਨਾਂ ਦੇ ਵਿੱਚ ਘੁੰਮਦਾ ਰਹਿੰਦਾ ਸੀ। ਤਾਂ ਇਸ ਦੇ ਜਿਹੜੇ ਉਦੇਸ਼ ਮਹਾ ਸਕੱਤਰ ਦੇ ਜਿਹੜੇ ਕੰਮ ਸੀ ਉਹ ਸੀਗੇ ਸਾਰਕ ਦੇ ਪ੍ਰੋਗਰਾਮਾਂ ਦੇ ਵਿੱਚ ਤਾਲਮੇਲ ਬਣਾ ਕੇ ਰੱਖਣਾ, ਇਹਨਾਂ ਦਾ ਰਿਕਾਰਡ ਰੱਖਣਾ, ਅਲੱਗ-ਅਲੱਗ ਜਿਹੜੀਆਂ ਬੈਠਕਾਂ ਕਰਨੀਆਂ। ਤਾਂ ਇਹ ਇਹਨਾਂ ਦਾ ਕੰਮ ਸੀ। ਤਾਂ ਨੈਕਸਟ ਹੈ ਵਿੱਤੀ ਵਿਵਸਥਾ। ਕਿਸੇ ਸੰਸਥਾ ਨੂੰ ਸੰਚਾਲਿਤ ਕਰਨ ਦੇ ਲਈ ਧਨ ਦੀ ਤਾਂ ਲੋੜ ਪੈਂਦੀ ਹੈ। ਤਾਂ ਇਸ ਤਰ੍ਹਾਂ ਹਰੇਕ ਮੈਂਬਰ ਦੇ ਅਨੁਦਾਨ ਨੂੰ ਇੱਛਕ ਰੱਖਿਆ ਗਿਆ, ਭਾਵ ਕਿ ਸਾਰਕ ਨੂੰ ਦਿੱਤੇ ਜਾਣ ਵਾਲੇ ਹਿੱਸੇ ਦਾ ਵਰਣਨ ਕਿ ਜਿਹੜੇ ਇਹ ਦੇਸ਼ ਨੇ ਉਹਨਾਂ ਦੀ ਵੰਡ ਕੀਤੀ ਗਈ ਕਿ ਕਿਹੜੇ ਦੇਸ਼ ਨੇ ਕਿੰਨੇ % ਜਿਹੜਾ ਧਨ ਹੈ ਉਹ ਸਾਰਕ ਨੂੰ ਦੇਣਾ ਹੈ। ਜਿਵੇਂ ਭਾਰਤ 32, ਪਾਕਿਸਤਾਨ 25, ਨੇਪਾਲ, ਬੰਗਲਾਦੇਸ਼, ਸ੍ਰੀਲੰਕਾ ਹਰੇਕ ਦਾ 11%, ਭੂਟਾਨ ਅਤੇ ਮਾਲਦੀਵ ਹਰੇਕ ਦਾ 50%। ਭਾਵ ਕਿ ਆਮਦਨ ਦੇ ਹਿਸਾਬ ਨਾਲ ਜਿਹੜਾ ਉਹਨਾਂ ਦਾ ਵਿੱਤੀ ਸਹਾਇਤਾ ਹੈ ਜਿਹੜੀ ਉਹ ਉਹਨਾਂ ਤੋਂ ਰਾਸ਼ਟਰ ਮੈਂਬਰਾਂ ਤੋਂ ਜਿਹੜੀ ਉਹ ਲਈ ਗਈ। ਮੈਂਬਰਸ਼ਿਪ ਦੱਖਣੀ ਏਸ਼ੀਆਈ ਖੇਤਰੀ ਸਹਿਯੋਗ ਸੰਗਠਨ ਦੇ 2 ਤਰ੍ਹਾਂ ਦੇ ਮੈਂਬਰ ਹੁੰਦੇ ਨੇ, ਪਹਿਲੇ ਮੁੱਢਲੇ ਮੈਂਬਰ ਅਤੇ ਦੂਸਰੇ ਨਿਗਰਾਨ ਰਾਸ਼ਟਰ। ਤਾਂ ਇਸ ਦੇ ਆਰੰਭ ਵਿੱਚ 7 ਮੁੱਢਲੇ ਮੈਂਬਰ ਸੀਗੇ ਜਿਹੜੇ ਆਪਾਂ ਕੀਤੇ ਸੀ, ਭਾਰਤ, ਪਾਕਿਸਤਾਨ, ਨੇਪਾਲ, ਭੂਟਾਨ, ਬੰਗਲਾਦੇਸ਼, ਸ੍ਰੀਲੰਕਾ ਅਤੇ ਮਾਲਦੀਵ। ਅਤੇ 13 ਨਵੰਬਰ 2005 ਢਾਕਾ ਦੇ ਵਿੱਚ ਜਿਹੜਾ 13ਵਾਂ ਸੰਮੇਲਨ ਹੋਇਆ ਸੀ। ਤਾਂ ਉਸ ਦੇ ਵਿੱਚ ਇਹ ਜਿਹੜੇ ਮੈਂਬਰ ਸੀਗੇ ਨਿਗਰਾਨ ਰਾਸ਼ਟਰ, ਇਹਨਾਂ ਦੀ ਵਿਵਸਥਾ ਜਿਹੜੀ ਉਹ ਅਤੇ 3 ਅਪ੍ਰੈਲ 2007 ਨੂੰ ਅਫਗਾਨਿਸਤਾਨ ਨੂੰ ਸਾਰਕ ਦੇ ਪੂਰਨ ਮੈਂਬਰ ਦੇ ਵਿੱਚ ਮਾਨਤਾ ਦੇ ਦਿੱਤੀ ਗਈ। ਤਾਂ ਇਸ ਤਰ੍ਹਾਂ ਇਹਨਾਂ ਮੈਂਬਰਾਂ ਦੀ ਗਿਣਤੀ ਜਿਹੜੀ ਕਿ ਪਹਿਲਾਂ 7 ਸੀ ਹੁਣ ਜਿਹੜੀ 8 ਹੈ ਉਹ ਹੋ ਗਈ। ਤਾਂ ਇਸ ਅਫਗਾਨਿਸਤਾਨ ਨੂੰ ਵੀ ਇਸ ਦੇ ਵਿੱਚ ਸ਼ਾਮਲ ਹੈ ਜਿਹੜਾ ਉਹ ਕਰ ਲਿਆ ਗਿਆ। ਥੈਂਕ ਯੂ।